ਨਾਮ ਸ਼੍ਰੀ ਵਾਹਿਗੁਰੂ ਜੀ। ਹਾ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰਾ। ਜਪ ਤਪ ਸੰਜਮ ਨਾਲ ਤੁਧ ਔਰ ਮੁਚ ਗਰੂਰਾ। ਦੱਬ ਬਣਾਹੇ ਮਾਨਸਾ, ਜਿਉ ਪਾਣੀ ਬੂਰ। ਵਰਿਆ ਦਰਗੇ ਗੁਰੂ ਕੇ, ਕੁਦਰਤੀ ਨੂਰ। ਜਿਤ ਸੁਆਤ ਨ ਲੱਭਈ, ਤੂੰ ਹੋ ਠਰੂਰ। ਨੌਨਦ ਨਾਮ ਨਿਦਾਨ ਹੈ, ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ, ਸੋ ਵੰਜੇ ਚੂਰ। ਨੇੜੇ ਦਿਸੇ ਮਾਤ ਲੋਕ, ਤੁਧ ਸੁਝੇ ਦੂਰ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਔਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮੱਤੇ ਦੀ ਸਰਾਂ, ਜਿਹਨੂੰ ਨਾਗੇ ਦੀ ਸਰਾਂ ਵੀ ਕਹਿੰਦੇ ਸਨ, ਉੱਥੇ ਸਤਿਗੁਰਾਂ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ। ਔਰ ਘਰ ਦੇ ਵਿੱਚ ਧਾਰਮਿਕ ਮਾਹੌਲ ਹੋਣ ਕਰਕੇ ਉਹਨਾਂ ਦੇ ਜਿਹੜੇ ਪਿਤਾ ਸਨ ਬਾਬਾ ਫੇਰੂ ਮੱਲ ਜੀ, ਉਹ ਧਾਰਮਿਕ ਬਿਰਤੀ ਦੇ ਲੋਕ ਸਨ। ਤੇ ਜਦੋਂ ਘਰ ਵਿੱਚ ਕੋਈ ਚੀਜ਼ ਹੋਵੇ ਤੇ ਕੁਦਰਤੀ ਹੈ ਕਿ ਬੱਚਿਆਂ ਉੱਤੇ, ਆਉਣ ਵਾਲੇ ਨਸਲਾਂ ਉੱਤੇ ਉਸ ਚੀਜ਼ ਦਾ ਬੜਾ ਅਸਰ ਪੈਂਦਾ ਹੈ। ਧੰਨ ਗੁਰੂ ਅੰਗਦ ਸਾਹਿਬ ਦੇ ਪਿਤਾ ਜੀ ਇੱਕ ਤੀਰਥਾਂ 'ਤੇ ਜਾਂਦੇ ਨੇ, ਸਾਧੂ ਸੰਤਾਂ ਦੀ ਸੰਗਤ ਕਰਦੇ ਨੇ, ਦਾਨ ਪੁੰਨ ਕਰਦੇ ਨੇ, ਆਪਣੀ ਕਿਰਤ ਬਿਰਤ ਕਰਦੇ ਨੇ। ਤੇ ਜਦੋਂ ਘਰ ਵਿੱਚ ਐਸਾ ਮਾਹੌਲ ਹੋਵੇ, ਫਿਰ ਬੱਚੇ ਵੀ ਉਸ ਮਾਹੌਲ ਨੂੰ ਕਬੂਲ ਕਰਦੇ ਨੇ। ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਜੀ ਧਾਰਮਿਕ ਹੋਣ ਕਰਕੇ ਉਹਨਾਂ ਦੀ ਵੀ ਬਿਰਤੀ ਵਿੱਚ ਧਾਰਮਿਕ ਕੋਈ ਕਰਮਕਾਂਡ ਆ ਗਿਆ। ਛੋਟੀ ਆਰਜੂ ਦੇ ਵਿੱਚ ਹੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ। ਤੇ ਉਹਨਾਂ ਦੇ ਪਿਤਾ ਦੀ ਇੱਕ ਮਰਜ਼ਾਦਾ ਸੀ ਕਿ ਤੀਰਥ ਤੇ ਜਾਣਾ, ਕਿਉਂਕਿ ਧਰਮ ਜਿਹੜਾ ਵਾ ਉਹ ਘਰ ਬੈਠਿਆ ਨਹੀਂ ਕਮਾਇਆ ਜਾਂਦਾ। ਪੜ੍ਹਨ ਵਾਸਤੇ ਸਕੂਲ ਜਾਣਾ ਪੈਂਦਾ ਹੈ, ਗੁਣ ਸਿੱਖਣ ਵਾਸਤੇ ਉਸਤਾਦ ਕੋਲ ਜਾਣਾ ਪੈਂਦਾ ਹੈ, ਧਨ ਕਮਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ 'ਚ ਜਾਣਾ ਪੈਂਦਾ ਹੈ। ਤੇ ਇਹ ਲੋਕ ਆਲਸੀ ਲੋਕ, ਦਲਿੱਦਰੀ ਲੋਕ ਕਹਿੰਦੇ ਨੇ ਘਰ ਬੈਠੇ ਧਰਮ ਕਮਾਇਆ ਜਾਂਦਾ ਹੈ। ਘਰ ਬੈਠਿਆਂ ਧਰਮ ਨਹੀਂ ਕਮਾਇਆ ਜਾਂਦਾ, ਇੱਕ ਭੁਲੇਖਾ ਹੈ। ਇਹ ਸਾਡੇ ਮਨ ਵਿੱਚ ਵਹਿਮ ਹੈ। ਜਿਨ੍ਹਾਂ ਕੋਈ ਉੱਚੀਆਂ ਅਵਸਥਾ ਪ੍ਰਾਪਤ ਕੀਤੀਆਂ ਮਹਾਂਪੁਰਖਾਂ ਨੇ, ਉਹਨਾਂ ਨੇ ਇਹ ਸਮਾਜ ਦਾ, ਸੰਸਾਰ ਦਾ ਤਿਆਗ ਕੀਤਾ। ਇੱਕ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਆਉਂਦਾ ਹੈ, ਜਿੰਨੀ ਚੱਲਣ ਸਹੀ ਜਾਣਿਆ। ਜਿਨ੍ਹਾਂ ਨੂੰ ਕੁਝ ਜੀਵਨ ਵਿੱਚ ਕੋਈ ਸਮਝ ਆ ਗਈ ਹੈ, ਜਿਨ੍ਹਾਂ ਨੂੰ ਇਸ ਜ਼ਿੰਦਗੀ ਨੂੰ ਜੀਣ ਦਾ ਕੋਈ ਤਰੀਕਾ ਆ ਗਿਆ ਹੈ,
ਉਹਨਾਂ ਦੀਆਂ ਦੋ ਨਿਸ਼ਾਨੀਆਂ ਦਸੀਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਉਹ ਕਹਿੰਦੇ ਜਿੰਨੀ ਚੱਲਣ ਸਹੀ ਜਾਣਿਆ, ਉਹ ਫਿਰ ਕੀ ਕਰਦੇ ਨੇ? ਸਤਿਗੁਰ ਸੇਵੇ ਨਾਮ ਸੰਭਾਲੇ। ਜਿਨ੍ਹਾਂ ਦੇ ਕੋਲ ਅਸਲੀ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਹੈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇਸ ਪਰਿਵਾਰ ਨੂੰ, ਇਸ ਸੰਸਾਰ ਨੂੰ, ਇਸ ਕਾਰੋਬਾਰ ਨੂੰ, ਇਸ ਸਿਸਟਮ ਨੂੰ ਤਿਆਗ ਕੇ ਤੁਰ ਜਾਣਾ ਹੈ, ਤੇ ਸਤਿਗੁਰ ਸੇਵੇ ਨਾਮ ਸੰਭਾਲੇ, ਉਹ ਫਿਰ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ, ਗੁਰੂ ਦੀ ਸੇਵਾ ਕਰਦੇ ਨੇ। ਤੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੇ ਫੇਰੂਮਲ ਜੀ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਤੀਰਥਾਂ ਤੇ ਜਾਂਦੇ ਨੇ, ਪਰ ਉਦੋਂ ਧਰਮ ਸਥਾਨਾਂ ਉੱਤੇ ਠੱਗ ਨਹੀਂ ਸੀ ਬਹੁਤੇ ਰਹਿੰਦੇ, ਹੁਣ ਤੇ ਬਹੁਤੇ ਠੱਗ ਹੀ ਬੈਠੇ ਹੋਏ ਨੇ। ਤੇ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਤੇ ਉਹ ਪਿਤਾ ਵਾਲੀ ਮਰਜ਼ਾਦਾ ਨਿਭਾਉਂਦੇ ਨੇ। ਆਪਣਾ ਇੱਕ ਜਥਾ ਬਣਾ ਕੇ ਭਟਾਵਾਂ ਪੜ੍ਹਦੇ ਹੋਏ, ਸ਼ਬਦ ਤਾਂ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਸ਼ਬਦ ਤਾਂ ਗੁਰੂ ਦਾ ਹੁੰਦਾ ਹੈ, ਤੇ ਜਿਹੜੀ ਦੇਵੀ ਦੇਵਤਿਆਂ ਦੇ ਲੋਕੀ ਜਾਂਦੇ ਨੇ ਉਹ ਭਟਾਵਾਂ ਪੜ੍ਹਦੇ ਨੇ, ਭੇਟਾ ਪੜ੍ਹਦੇ ਨੇ। ਇਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਜਥਾ ਬਣਾ ਕੇ ਤੇ ਦੇਵੀ ਨੂੰ ਜਾਂਦੇ ਨੇ। ਹੁਣ ਪਿਤਾ ਚੜ੍ਹਾਈ ਕਰ ਗਿਆ ਏ ਤੇ ਕੋਈ ਐਡਾ ਵੱਡਾ ਕਾਰੋਬਾਰ ਵੀ ਨਹੀਂ ਸੀ ਪਿਤਾ ਜੀ ਦਾ, ਤੇ ਜਦੋਂ ਪਿਤਾ ਚੜ੍ਹਾਈ ਕਰ ਗਿਆ ਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਆਪਣੀ ਭੂਆ ਦੇ ਪਿੰਡ ਵਿੱਚ ਆ ਗਏ ਨੇ, ਖਡੂਰ ਸਾਹਿਬ, ਜਿਹਨੂੰ ਬਲਵੰਡ ਜੀ ਸੱਤਾ ਜੀ ਕਹਿੰਦੇ ਨੇ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਫੇਰ ਵਸਾਇਆ। ਜਿੱਦਾਂ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਨੇ ਇੱਥੇ ਫਿਰ ਵਾਸਾ ਕੀਤਾ। ਹਾਲਾਂਕਿ ਖਡੂਰ ਸਾਹਿਬ ਪਹਿਲਾਂ ਗੁਰੂ ਅੰਗਦ ਸਾਹਿਬ ਤੋਂ ਪਹਿਲਾਂ ਦਾ ਪਿੰਡ ਹੈ, ਪਰ ਜਾਨੀ ਕਿ ਵਾਸਾ ਕਰ ਲਿਆ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਇਹ ਖਡੂਰ ਸਾਹਿਬ ਦੀ ਧਰਤੀ ਤੇ ਨਿਵਾਸ ਕਰਦੇ ਨੇ ਤੇ ਸਾਲ ਪਿੱਛੋਂ ਜਥਾ ਲੈ ਕੇ ਜਾਂਦੇ ਨੇ ਦੇਵੀ ਦੇ। ਤੇ ਇਸੇ ਖਡੂਰ ਸਾਹਿਬ ਦੇ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ ਹੈ, ਭਾਈ ਜੋਧ ਜੀ। ਤੇ ਉਹ ਗੁਰੂ ਕੀ ਬਾਣੀ ਪੜ੍ਹਦਾ ਹੈ, ਤੇ ਭਾਈ ਲਹਿਣਾ ਜੀ ਅਦੇ ਗੁਰੂ ਅੰਗਦ ਸਾਹਿਬ ਨਹੀਂ ਬਣੇ ਹੋਏ। ਇਹ ਭਾਈ ਲਹਿਣਾ ਜੀ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਨੇ। ਜਦੋਂ ਸ਼ਬਦ ਪੜ੍ਹਦੇ ਨੇ ਤੇ ਇਹਨਾਂ ਨੂੰ ਬੜਾ ਮਨ ਨੂੰ ਸਕੂਨ ਮਿਲਦਾ ਹੈ, ਮਨ ਤੜਫ ਰਿਹਾ ਸਾਡਾ। ਅੱਜ ਸਭ ਕੁਝ ਹੁੰਦਿਆਂ ਹੋਇਆਂ ਵੀ ਬੰਦੇ ਦੇ ਕੋਲ ਅੰਦਰ ਭਾਂਬੜ ਮਚੇ ਹੋਏ ਨੇ, ਅੰਦਰ ਟਿਕ ਨਹੀਂ ਰਿਹਾ, ਅੰਦਰੋਂ ਮਨੁੱਖ ਤੜਫ ਰਿਹਾ ਹੈ। ਦੌਲਤ ਹੁੰਦਿਆਂ ਹੋਇਆਂ ਵੀ, ਧੀਆਂ ਪੁੱਤ ਹੁੰਦਿਆਂ ਹੋਇਆਂ ਵੀ, ਘਰ-ਬਾਰ ਹੁੰਦਿਆਂ ਹੋਇਆਂ ਵੀ, ਤੇ ਮਨੁੱਖ ਤੜਫ ਰਿਹਾ ਹੈ। ਕਾਰਨ ਇਹ ਰੱਬ ਦੇ ਨਾਮ ਤੋਂ ਟੁੱਟ ਗਿਆ ਹੈ, ਇਹ ਪਰਮੇਸ਼ਰ ਦੇ ਨਾਮ ਤੋਂ ਟੁੱਟ ਗਿਆ ਹੈ। ਤੇ ਮਾਇਆ ਅਸੀਂ ਚੰਦਰੀ ਅੱਗੇ ਇਸ ਦਾ ਚੱਲ ਕੇ ਆਪਾਂ ਜ਼ਿਕਰ ਕਰਾਂਗੇ। ਇਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਭਾਈ ਜੋਧ ਦੇ ਕੋਲ ਜਾ ਕੇ ਬਹਿੰਦੇ ਨੇ, ਤੇ ਭਾਈ ਜੋਧ ਜੀ ਆਸਾ ਦੀ ਵਾਰ ਦੀਆਂ ਪੌੜੀਆਂ ਦਾ ਗਾਇਨ ਕਰਦੇ ਨੇ। ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਆਸਾ ਦੀ ਵਾਰ ਦੇ ਸਲੋਕ ਨਹੀਂ ਸੀ ਹੁੰਦੇ, ਆਸਾ ਦੀ ਵਾਰ ਦੀਆਂ ਪੌੜੀਆਂ ਹੁੰਦੀਆਂ ਸੀ। ਤੇ ਭਾਈ ਜੋਧ ਜੀ ਆਸਾ ਦੀ ਵਾਰ ਪੜ੍ਹਦੇ ਨੇ ਤੇ ਗੁਰੂ ਅੰਗਦ ਸਾਹਿਬ ਕੋਲ ਬੈਠਦੇ ਨੇ। ਹੁਣ ਅੰਦਰ ਤੜਫ ਹੈ, ਅੰਦਰ ਬਿਰਹਾ ਹੈ, ਤੇ ਜੇ ਅੰਦਰ ਸੁੱਧ ਹੋਵੇ ਨਾ, ਜੇ ਸਾਡਾ ਸਰੀਰ ਅੰਦਰ ਮਿਹਦਾ ਸੁੱਧ ਹੋਵੇ ਤੇ ਭੋਜਨ ਲੱਗਦਾ ਹੈ, ਭੋਜਨ ਪਚਦਾ ਹੈ। ਜੇ ਮਿਹਦਾ ਠੀਕ ਨਾ ਹੋਵੇ
ਤਾਂ ਭੋਜਨ ਪਚਦਾ ਨਹੀਂ ਹੈ, ਭੋਜਨ ਲੱਗਦਾ ਨਹੀਂ ਹੈ। ਤੇ ਜੇ ਮਨ ਠੀਕ ਨਾ ਹੋਵੇ ਫਿਰ ਪਾਠ ਪੂਜਾ ਵੀ ਨਹੀਂ ਲੱਗਦੀ। ਅੱਜ ਬੜੀ ਪਾਠ ਪੂਜਾ ਹੋ ਰਹੀ ਆ, ਧੜਾ ਧੜ ਹੋ ਰਹੀ ਆ, ਕੀਰਤਨ ਦਰਬਾਰ ਹੋਏ ਨੇ, ਲੜੀਆਂ ਚੱਲ ਰਹੀਆਂ ਨੇ, ਰਹਿਣ ਸਬਾਈ ਕੀਰਤਨ ਹੋ ਰਹੇ ਨੇ, ਕਥਾਵਾਂ ਚੱਲ ਰਹੀਆਂ ਨੇ, ਤੇ ਅਸੀਂ ਉੱਥੇ ਦੇ ਉੱਥੇ ਹੀ ਪੁਰਾਤਨ ਗੁਰਸਿੱਖ ਇੰਨੀ ਪਾਠ ਪੂਜਾ ਨਹੀਂ ਸੀ ਕਰਦੇ, ਪਰ ਬੜੀਆਂ ਬੜੀਆਂ ਉੱਚੀਆਂ ਅਵਸਥਾ ਬਣ ਜਾਂਦੀਆਂ ਸਨ। ਅਸੀਂ ਦਿਨੇ ਰਾਤ ਪਾਠ ਪੂਜਾ 'ਚ ਲੱਗੇ ਹੋਏ ਹਾਂ ਤੇ ਉੱਥੇ ਦੇ ਉੱਥੇ ਹੀ ਹਾਂ, ਕੱਖ ਵੀ ਨਹੀਂ ਹੋਇਆ ਜ਼ਿੰਦਗੀ 'ਚ। ਇਹ ਜਦੋਂ ਗੁਰੂ ਅੰਗਦ ਸਾਹਿਬ ਬੈਠਦੇ ਨੇ, ਭਾਈ ਲਹਿਣਾ ਜੀ ਜਦੋਂ ਬੈਠਦੇ ਨੇ ਭਾਈ ਜੋਧ ਜੀ ਦੇ ਕੋਲ, ਤੇ ਉਹ ਵਾਰ ਪੜ੍ਹਦੇ ਨੇ, ਪੌੜੀ ਪੜ੍ਹਦੇ ਨੇ, ਆਸਾ ਦੀ ਵਾਰ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਹਨੇ ਜਦੋਂ ਭਾਈ ਜੋਧ ਜੀ ਨੇ ਇਹ ਪੌੜੀ ਪੜ੍ਹੀ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਤੇ ਭਾਈ ਲਹਿਣਾ ਜੀ ਪੁੱਛਦੇ ਨੇ ਸਾਹਿਬ ਕੌਣ ਹੈ, ਕਿਉਂਕਿ ਅਸੀਂ ਤਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਆਹ ਸਾਹਿਬ ਸ਼ਬਦ ਕਿਹੜਾ ਹੈ, ਇਹ ਸਾਹਿਬ ਕੌਣ ਹੈ? ਉਹਨੇ ਆਖਿਆ ਸਾਹਿਬ ਜਿਸ ਦੀ ਰਚਨਾ ਹੈ, ਜਿਸ ਨੇ ਸੰਸਾਰ ਨੂੰ ਰਚਿਆ, ਉਸ ਨੂੰ ਸਾਹਿਬ ਕਹਿੰਦੇ ਨੇ, ਉਸ ਨੂੰ ਮਾਲ ਕਹਿੰਦੇ ਨੇ, ਉਸ ਨੂੰ ਕਰਤਾਰ ਕਹਿੰਦੇ ਨੇ। ਤੇ ਇਹਨਾਂ ਨੂੰ ਭਾਈ ਜੋਧ ਦੇ ਕੋਲ ਬੈਠਿਆ ਹੋਇਆ ਬੜੀ ਸ਼ਾਂਤੀ ਮਿਲਦੀ ਹੈ। ਪਾਠ ਪੂਜਾ ਨਾਲ ਇੰਨੀ ਸ਼ਾਂਤੀ ਨਹੀਂ ਮਿਲਦੀ ਜਿੰਨੀ ਇੱਕ ਸਾਧੂ ਕੋ ਬੈਠਿਆ ਮਿਲਦੀ ਹੈ। ਠੀਕ ਹੈ, ਗੁਰੂ ਕੀ ਬਾਣੀ ਸ਼ਾਂਤੀ ਸਾਨੂੰ ਦਿੰਦੀ ਹੈ, ਨਿਤਨੇਮ 'ਚੋਂ ਸ਼ਾਂਤੀ ਮਿਲਦੀ ਆ, ਕਥਾ ਕੀਰਤਨ ਵਿੱਚੋਂ ਸਾਨੂੰ ਸ਼ਾਂਤੀ ਮਿਲਦੀ ਹੈ, ਪਰ ਜਿੰਨੀ ਇੱਕ ਸਾਧੂ ਕੋਲ ਬੈਠਿਆ ਹੋਇਆ ਸ਼ਾਂਤੀ ਮਿਲਦੀ ਹੈ, ਓਨੀ ਆਪਣੀ ਮਿਹਨਤ ਨਾਲ ਪਾਠ ਪੂਜਾ 'ਚੋਂ ਨਹੀਂ ਮਿਲਦੀ। ਹੁਣ ਕਾਰੂ ਬਾਦਸ਼ਾਹ, ਐਡਾ ਵੱਡਾ ਬਰਖਤ ਬਾਦਸ਼ਾਹ, ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਦਾ ਮਨ ਸ਼ਾਂਤ ਹੋ ਜਾਂਦਾ ਹੈ। ਐਡਾ ਵੱਡਾ ਸੱਜਣ ਠੱਗ ਜਦੋਂ ਗੁਰੂ ਨਾਨਕ ਸਾਹਿਬ ਕੋਲ ਬੈਠਦਾ ਹੈ ਸ਼ਾਂਤ ਹੋ ਜਾਂਦਾ ਹੈ। ਕੋਈ ਪਾਠ ਪੂਜਾ ਨਹੀਂ ਹੈ, ਇੰਨੇ ਪਾਠ ਪੂਜਾ ਦੀ ਲੋੜ ਵੀ ਨਹੀਂ ਹੈ। ਹੁਣ ਸਾਧੂ ਕੋ ਜਾ ਕੇ ਤੁਹਾਨੂੰ ਸ਼ਾਂਤੀ ਨਾ ਮਿਲੇ, ਜਾਂ ਤੇ ਉਹ ਸਾਧੂ ਨਹੀਂ ਹੈ, ਤੇ ਜਾਂ ਫਿਰ ਤੁਸੀਂ ਠੀਕ ਨਹੀਂ ਹੋ। ਇੱਕ ਗੱਲ ਹੋ ਸਕਦੀ ਹੈ, ਜਾਂ ਤੇ ਜਾਣ ਵਾਲੇ ਦੀ ਭਾਵਨਾ ਸੁੱਧ ਨਹੀਂ ਹੈ, ਤੇ ਜਾਂ ਫਿਰ ਸਾਧੂ ਠੀਕ ਨਹੀਂ ਹੈ। ਹੋ ਸਕਦਾ ਸਾਧੂ ਠੀਕ ਹੋਵੇ ਤੇ ਜਾਣ ਵਾਲੇ ਦੀ ਭਾਵਨਾ ਠੀਕ ਨਾ ਹੋਵੇ, ਤੇ ਤਾਂ ਵੀ ਸ਼ਾਂਤੀ ਨਹੀਂ ਮਿਲਣੀ। ਗੁਰੂ ਕਾ ਵਾਕ ਆਉਂਦਾ ਹੈ, ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਮਨ ਰਹੇ ਹਦੂਰ। ਕੋਲ ਬੈਠਿਆ ਵੀ ਗੱਲ ਨਹੀਂ ਬਣਨੀ। ਖੈਰ, ਇਹ ਗੁਰੂ ਅੰਗਦ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਰੂਪ 'ਚ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ, ਤੇ ਛੋਟੀ ਜੀ ਦੁਕਾਨ ਕਰਦੇ ਨੇ, ਤੇ ਸਵੇਰੇ ਭਾਈ ਜੋਧ ਕੋ ਜਾ ਕੇ ਆਸਾ ਦੀ ਵਾਰ ਸੁਣਦੇ ਨੇ, ਤੇ ਸ਼ਾਮਾਂ ਨੂੰ ਫੇਰ ਭਾਈ ਜੋਧ ਦੇ ਕੋਲ ਜਾ ਕੇ ਸਤਸੰਗ ਕਰਦੇ ਨੇ। ਤੇ ਜਿਹੜਾ ਅੰਦਰ ਪਿਆਰ ਸੀ, ਰੱਬ ਦਾ ਤੜਫ ਸੀ, ਉਹ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਤੇ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਨੇ, ਮੇਰੇ ਗੁਰੂ ਉਹ ਨੇ, ਮੈਨੂੰ ਉਹ ਤੋਂ ਬਖਸ਼ਾਂ ਹੋਈਆਂ, ਮੇਰਾ ਦੀਵਾ ਉਹ ਤੋਂ ਜਗਿਆ, ਮੈਨੂੰ ਰੱਬੀ ਗਿਆਨ, ਰੱਬੀ ਚਾਨਣ ਮੈਨੂੰ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਸ਼ ਹੋਇਆ। ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਦੀ ਵੱਡੀ ਵਡਿਆਈ ਕਰਦੇ ਨੇ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿ ਤੇ ਮੈਨੂੰ ਵੀ ਗੁਰੂ ਨਾਨਕ ਸਾਹਿਬ ਦਾ ਮਿਲਣ ਹੋਏਗਾ। ਉਹ ਕਿੱਥੇ ਰਹਿ ਰਹੇ ਨੇ, ਪੁੱਛਦੇ ਨੇ ਭਾਈ ਜੋਧ ਜੀ ਨੂੰ, ਭਾਈ ਲਹਿਣਾ ਜੀ। ਉਹਨਾਂ ਫਿਰ ਦੱਸਿਆ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸ ਵੇਲੇ ਬੈਠੇ ਹੋਏ ਨੇ।
फिर आया बाबा करतारपुरे, भेख उदासी सगल उतारा, पैर संसारी कपड़े मंजी बैठ किया अवतारा। ਜਦੋਂ ਉਦਾਸੀਆਂ ਤੇ ਗਏ ਸਨ, ਸਾਧੂ ਕੱਪੜੇ ਪਾਏ ਸਨ, ਸਾਧੂ ਵਾਲੇ ਲਿਬਾਸ ਧਾਰਨ ਕੀਤੇ ਸਨ। ਹੁਣ ਕਰਤਾਰਪੁਰ ਆ ਗਏ ਨੇ, ਉਹ ਲਿਬਾਸ ਲਾ ਦਿੱਤਾ ਹੈ। ਉਹ ਵੀ ਲਾ ਕੇ ਲਿਬਾਸ ਤੋਂ ਹੁਣ ਸਾਦਾ ਲਿਬਾਸ ਧਾਰਨ ਕਰਕੇ ਕਰਤਾਰਪੁਰ ਧਰਮਸ਼ਾਲਾ ਵਿੱਚ ਬੈਠ ਕੇ ਗੁਰੂ ਗੁਰੂ ਜਪ ਰਹੇ ਨੇ, ਰੱਬ ਰੱਬ ਜਪ ਰਹੇ ਨੇ ਤੇ ਸੰਗਤਾਂ ਨੂੰ ਤਾਰ ਰਹੇ ਨੇ। ਇਹ ਫਿਰ ਭਾਈ ਲਹਿਣਾ ਜੀ ਕਹਿੰਦੇ ਨੇ ਕਿ ਹੁਣ ਮੈਂ ਜਥਾ ਲੈ ਕੇ ਜਾਣਾ ਹੈ, ਮਾਤਾ ਵੈਸ਼ਨੂ ਦੇ, ਤੇ ਹੁਣ ਮੈਂ ਜਾਂਦਿਆਂ ਜ਼ਰੂਰ ਦਰਸ਼ਨ ਕਰੂੰਗਾ। ਤੇ ਵੱਡੀ ਤੜਫ ਲੈ ਕੇ, ਵੱਡੀ ਪਿਆਸ ਲੈ ਕੇ ਗੁਰੂ ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਪਹੁੰਚ ਜਾਂਦੇ ਨੇ। ਇੱਥੇ ਆਣ ਕੇ ਫਿਰ ਗੁਰੂ ਨਾਨਕ ਸਾਹਿਬ ਦੇ ਕੋਲੋਂ ਹੀ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ। ਜੋਗ ਜੁਗਤ ਸੁਣ ਆਇਓ ਗੁਰ ਤੇ, ਗੁਰੂ ਆਪਣਾ ਰਸਤਾ ਆਪ ਹੀ ਦੱਸ ਦਿੰਦਾ ਹੈ। ਇਹ ਫਿਰ ਇੱਥੇ ਹੁਣ ਜਦੋਂ ਕਰਤਾਰਪੁਰ ਸਾਹਿਬ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਦਾ ਰੱਬੀ ਰੂਹਾਨੀ ਚਿਹਰਾ ਜਦੋਂ ਤੱਕਦੇ ਨੇ, ਦਰਸ਼ਨ ਕਰਦੇ ਨੇ, ਤੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਭਾਈ ਲਹਿਣੇ ਦੀ ਮਨ ਦੀ ਭਟਕਣਾ ਖਤਮ ਹੋ ਗਈ। ਇਹ ਨਿਸ਼ਾਨੀ ਸਾਧ ਕੀ ਜਿਤ ਭੇਟਤ ਤਰੀਏ, ਜਮ ਕੰਕਰ ਨੇੜ ਨਾ ਆਵੇ, ਫਿਰ ਬੋੜ ਨਾ ਮਰੀਏ। ਸਾਧੂ ਦੀ ਨਿਸ਼ਾਨੀ ਦੱਸੀ ਆ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਈਐ। ਇਹ ਨਿਸ਼ਾਨੀ ਸਾਧੂ ਦੀ ਹੈ। ਇਹ ਫਿਰ ਜਦੋਂ ਮੱਥਾ ਟੇਕਦੇ ਨੇ ਸ਼੍ਰੀ ਲਹਿਣਾ ਜੀ ਤੇ ਗੁਰੂ ਅੰਗਦ ਸਾਹਿਬ, ਮਾਫ ਕਰਨਾ, ਸ਼੍ਰੀ ਲਹਿਣਾ ਜੀ ਤੇ ਗੁਰੂ ਨਾਨਕ ਸਾਹਿਬ ਆਪਣਾ, ਤੈਂ ਧਰਿਓ ਮਸਤਕ ਹੱਥ, ਸਹਿਜ ਅਮਿਓ ਉਠੋ ਸੱਜ। ਗੁਰੂ ਨਾਨਕ ਆਪਣਾ ਹੱਥ ਲਹਿਣੇ ਦੇ ਸਿਰ ਤੇ, ਮੱਥੇ ਤੇ ਰੱਖ ਦਿੰਦੇ ਨੇ ਤੇ ਸਾਰੀਆਂ ਬਖਸ਼ਾਂ ਕਰ ਦਿੰਦੇ ਨੇ। ਤੇ ਜਦੋਂ ਹੁਣ ਜਥਾ ਕਹਿੰਦਾ ਕਿ ਅੱਗੇ ਚੱਲੀਏ, ਤੇ ਸ਼੍ਰੀ ਲਹਿਣਾ ਜੀ ਕਹਿੰਦੇ ਮੈਨੂੰ ਲੋੜ ਨਹੀਂ ਹੈ, ਆਹ ਹੈ। ਜਦੋਂ ਬੰਦਾ ਅੰਦਰੋਂ ਟਿਕ ਜਾਂਦਾ ਹੈ, ਅੰਦਰੋਂ ਜੁੜ ਜਾਂਦਾ, ਫਿਰ ਉਹਨੂੰ ਕੋਈ ਤੀਰਥਾਂ ਦੀ ਲੋੜ ਨਹੀਂ ਪੈਂਦੀ। ਉਹ ਫਿਰ ਤੀਰਥ ਭਰਮਤਾ ਲਏ ਨਾ ਪਾਰੀ। ਉਹ ਫਿਰ ਤੀਰਥਾਂ ਦੀ ਭਟਕਣਾ ਹੈ। ਬੰਦਾ ਅੱਜ ਕਿੱਥੇ ਭਟਕ ਰਿਹਾ? ਤੀਰਥਾਂ ਤੇ ਭਟਕ ਰਿਹਾ ਹੈ। ਸ਼ਾਮਾਂ ਨੂੰ ਗੱਡੀ ਭਜਾ ਕੇ ਦਰਬਾਰ ਸਾਹਿਬ, ਤੇ ਰਾਤੋਂ ਰਾਤ ਗੱਡੀ ਭਜਾ ਕੇ ਫੇਰ ਘਰ ਨੂੰ। ਇਹ ਕੋਈ ਤੀਰਥਾਂ ਦੇ ਜਾਣ ਦਾ ਤਰੀਕਾ? ਗੱਡੀ ਭਜਾਈ ਤੇ ਦਰਬਾਰ ਸਾਹਿਬ, ਉਧਰੋਂ ਗੱਡੀ ਭਜਾਈ ਤੇ ਘਰ ਨੂੰ। ਇਹ ਕੋਈ ਤਰੀਕਾ? ਉੱਥੇ ਜਾਓ, ਕੋਈ 2-4 ਘੰਟੇ ਅੰਦਰ ਬੈਠੋ, ਕੋਈ 2-4 ਘੰਟੇ ਸੇਵਾ ਕਰੋ, ਤੇ ਤਾਂ ਕੋਈ ਤੀਰਥ ਤੇ ਜਾਣ ਦਾ ਲਾਭ ਹੁੰਦਾ ਕਿ ਗੱਡੀ ਭਜਾ ਕੇ ਤੇ ਉੱਥੇ ਪ੍ਰਕਰਮਾ 'ਚ ਲੰਗਰ ਖਾ ਕੇ ਤੇ ਗੱਡੀ ਭਜਾ ਕੇ ਘਰ ਨੂੰ ਆ ਗਏ। ਇਹ ਭਟਕ ਰਿਹਾ ਮਨੁੱਖ, ਇਹ ਗੁਰਾਏ ਪਿਆ ਹੋਇਆ ਮਨੁੱਖ ਹੈ। ਨਹੀਂ। ਇਹ ਫਿਰ ਗੁਰੂ ਅੰਗਦ ਸਾਹਿਬ ਨੂੰ ਜਦੋਂ ਸਾਥੀ ਕਹਿਣ ਲੱਗੇ ਕਿ ਅੱਗੇ ਚੱਲੀਏ ਵੈਸ਼ਨੂ ਦੇਵੀ ਦੇ, ਤੇ ਗੁਰੂ ਅੰਗਦ ਭਾਈ ਲਹਿਣਾ ਜੀ ਕਹਿੰਦੇ ਮੈਨੂੰ ਲੋੜ ਨਹੀਂ ਹੈ, ਜਿਹਨੂੰ ਲੋੜ ਆ ਭਾਈ ਜਾਓ, ਮੈਨੂੰ ਤੇ ਮੇਰੇ ਗੁਰੂ ਨੇ ਬਖਸ਼ ਦਿੱਤਾ, ਮੇਰੇ ਤੇ ਸਾਰੀਆਂ ਰਹਿਮਤਾਂ ਬਖਸ਼ਾਂ ਹੋ ਗਈਆਂ, ਮੈਨੂੰ ਹੁਣ ਲੋੜ ਨਹੀਂ ਹੈ ਤੀਰਥਾਂ ਦੀ, ਮੈਨੂੰ ਕਿਸੇ ਦੇਵੀ ਦੇਵਤੇ ਦੀ ਵੀ ਲੋੜ ਨਹੀਂ ਹੈ, ਮੈਨੂੰ ਲੋੜ ਹੀ ਨਹੀਂ ਹੈ। ਇਸੇ ਕਰਕੇ ਕਹਿੰਦੇ ਨੇ ਸਾਧੂ ਬੇਮੁਹਤਾਜ ਹੁੰਦੇ ਨੇ, ਬੇਪਰਵਾਹ ਹੁੰਦੇ ਨੇ, ਉਹ ਨਹੀਂ ਕਿਸੇ ਦੀ ਪਰਵਾਹ ਕਰਦੇ। ਬੇਪਰਵਾਹ ਸਦਾ ਰੰਗ ਹਰ ਕੇ, ਜਾਂ ਕੋ ਪਾਖ ਸੁਆਮੀ। ਇਹ ਫਿਰ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿਤੇ ਰਹਿ ਨਾ ਜਾਵੇ, ਉੱਥੇ ਫਿਰ ਸੇਵਕ ਕੋ ਸੇਵਾ ਬਣ ਆਈ। ਹੁਣ ਕੱਪੜਾ ਸਿਉਣਾ ਤੇ ਆਪਾਂ ਦਰਜੀ ਸੀ ਸਕਦਾ ਨਾ, ਇੱਕ MD MBBS ਡਾਕਟਰ, ਉਹਨੂੰ ਕੋਈ ਕੱਪੜਾ ਲੈ ਕੇ ਜਾਓ ਸੀਂਦੂਗਾ, ਭਾਵੇਂ ਉਹ ਸਿਆਣਾ ਵਾ, ਭਾਵੇਂ ਉਹਦੇ ਕੋਲ ਡਿਗਰੀਆਂ ਨੇ। ਜੇ ਕੱਪੜਾ ਸਿਉਣਾ ਤੇ ਦਰਜੀ ਸੀ ਸਕਦਾ ਹੈ,
ਜੇ ਜੁੱਤੀ ਨੂੰ ਗੰਢਾਉਣਾ ਹੈ ਤੇ ਕੋਈ ਜੁੱਤੀਆਂ ਗੰਢਣ ਵਾਲਾ ਹੀ ਗੰਢ ਸਕਦਾ ਹੈ, ਜੇ ਟੀਕਾ ਲਾਉਣਾ ਤੇ ਡਾਕਟਰ ਹੀ ਲਾ ਸਕਦਾ ਹੈ। ਤੇ ਜਿਹੜੀ ਸੇਵਾ ਵਾ ਇਹ ਜਣਾ ਖਣਾ ਨਹੀਂ ਕਰ ਸਕਦਾ। ਸੇਵਕ ਕੋ ਸੇਵਾ ਬਣ ਆਈ, ਕੋਈ ਸੇਵਕ ਹੀ ਸੇਵਾ ਕਰ ਸਕਦਾ ਹੈ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ, ਜਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ। ਇਹ ਹੁਣ ਸੇਵਾ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਭਾਈ ਲਹਿਣੇ ਦੇ ਰੂਪ 'ਚ ਕਰਤਾਰਪੁਰ ਸਾਹਿਬ। ਤੇ ਸੱਤ ਤੇ ਬਲਵੰਡ ਜੀ ਲਿਖਦੇ ਨੇ, ਪਵੇ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਗੁਰੂ ਪੀਰ ਅੱਗੇ ਉਹ ਕਾਮਯਾਬ ਹੋ ਸਕਦਾ ਜੋ ਮਰਦ ਸੂਰਮਾ ਹੋਵੇ, ਕਮਜ਼ੋਰ ਦਿਲ ਨਹੀਂ। ਨਾ ਨਾ ਨਾ, ਕਿਉਂਕਿ ਗੁਰ ਪੀਰਾਂ ਕੀ ਚਾਕਰੀ ਮਹ ਕਰੜੀ ਸੁਖਸਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵੇ ਲੱਗਿਆ ਪਵਜਲ ਤਰੇ ਸੰਸਾਰ। ਗੁਰੂ ਦੀ ਸੇਵਾ ਵਿੱਚ ਤੇ ਲੱਗਿਆ ਬੰਦਾ ਇਸ ਭਵਜਲ ਜਿਹਨੂੰ ਕੋਈ ਤਰ ਨਹੀਂ ਸਕਦਾ। ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵੇ ਲੱਗਿਆ ਭਵਜਲ ਤਰੇ ਸੰਸਾਰ। ਇਹ ਫਿਰ ਸੇਵਾ ਕਰ ਕਰਕੇ ਸਿਮਰਨ ਕਰ ਕਰਕੇ ਅੰਦਰ ਨੂੰ ਸ਼ੁੱਧ ਕਰ ਲਿਆ ਗੁਰੂ ਅੰਗਦ ਸਾਹਿਬ ਨੇ, ਤੇ ਸਾਰੀਆਂ ਬਖਸ਼ਾਂ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀਆਂ ਤੇ ਆਪਣੀ ਜਗ੍ਹਾ ਤੇ ਬਿਠਾ ਦਿੱਤਾ। ਇਹ ਫਿਰ ਆਖਿਆ ਜਦੋਂ ਗੁਰਤਾ ਗੱਦੀ ਬਖਸ਼ੀ, ਆਖਿਆ ਲੈਣਾ ਜੀ ਤੁਸਾਂ ਕਰਤਾਰਪੁਰ ਸਾਹਿਬ ਨਹੀਂ ਰਹਿਣਾ। ਅੱਜ ਬੜੀ ਸਾਨੂੰ ਹੋੜ ਲੱਗੀ ਹੋਈ ਕਰਤਾਰਪੁਰ ਦੀ, ਬੜੇ ਰਾਹ ਖਲਾਉਂਦੇ ਫਿਰਦੇ ਸੀ ਕਰਤਾਰਪੁਰ ਨੂੰ। ਤੇ ਦਿੱਤਾ ਛੋੜ ਕਰਤਾਰਪੁਰ, ਆਖਿਆ ਛੱਡ ਦੇ, ਇੱਥੇ ਨਹੀਂ ਰਹਿਣਾ ਕਰਤਾਰਪੁਰ। ਤੇ ਬੈਠ ਖਡੂਰੇ ਜੋਤ ਜਗਾਈ। ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਕਰਤਾਰਪੁਰ ਨੂੰ ਛੱਡ ਕੇ ਖਡੂਰ ਸਾਹਿਬ ਆ ਗਏ ਨੇ। ਇੱਥੇ ਫਿਰ ਹੁਣ ਆ ਕੇ ਉਹਨਾਂ ਨੇ ਰੱਬੀ ਯਾਦ ਵਿੱਚ ਜੁੜਨਾ ਕੀਤਾ। ਆਖਿਆ ਸਾਡੇ ਬਾਰੇ ਦੱਸਣਾ ਨਹੀਂ, ਅਸੀਂ ਅੰਦਰ ਬੈਠ ਕੇ ਕੋਈ ਇੱਕ ਚਿੱਤ ਹੋ ਕੇ ਰੱਬ ਦੇ ਨਾਲ ਜੁੜਨਾ ਚਾਹੁੰਦੇ ਹਾਂ। ਤੇ ਦੁਨੀਆ ਦੀ ਰੌਲੀ ਤੇ ਦੁਨੀਆ ਦੀ ਵਾਹ ਜਿਹੜੀ ਇਹ ਰੱਬ ਨਾਲ ਜੁੜ ਨਹੀਂ ਦਿੰਦੀ। ਅੱਜ ਮਨੁੱਖ ਕਿਉਂ ਨਹੀਂ ਜੁੜ ਰਿਹਾ? ਬਸ ਰੌਲੀ 'ਚ ਫਸ ਗਏ ਸੀ। ਰੌਲੀ ਇੰਨੀ ਪੈ ਗਈ ਕਿ ਮਨ ਦਾ ਸ਼ਾਂਤ ਹੋਣਾ ਮੁਸ਼ਕਿਲ ਹੋ ਗਿਆ। ਇੱਥੇ ਫਿਰ ਗੁਰੂ ਅੰਗਦ ਸਾਹਿਬ ਨਿਵਾਸ ਕਰਦੇ ਨੇ ਤੇ ਮੈਂ ਉਹਨਾਂ ਦੇ ਇੱਕ ਸ਼ਲੋਕ ਦੀ ਵਿਆਖਿਆ ਕਰਨਾ ਚਾਹੁੰਦਾ ਅੱਜ, ਕਿਉਂਕਿ ਅੱਜ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ। ਉਹਨਾਂ ਨੇ ਕੋਈ ਲੰਮੀ ਬਾਣੀ ਨਹੀਂ ਉਚਾਰਨ ਕੀਤੀ, ਉਹਨਾਂ ਨੇ 63 ਸ਼ਲੋਕ ਹੀ ਉਚਾਰਨ ਕੀਤੇ ਨੇ। ਉਹ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਉਹ ਵੀ ਕਿਸੇ ਦੇ ਪ੍ਰਥਾਏ, ਕਿਸੇ ਨੂੰ ਉਪਦੇਸ਼ ਦਿੱਤਾ ਹੈ ਤਾਂ ਉਹਨਾਂ ਨੇ ਸ਼ਲੋਕ ਉਚਾਰਨ ਕੀਤੇ ਨੇ। ਤੇ ਗੁਰੂ ਅੰਗਦ ਸਾਹਿਬ ਦਾ ਇੱਕ ਸ਼ਲੋਕ ਹੈ, ਰਾਤ ਕਾਰਨ ਧਨ ਸੰਚੀਏ। ਮਨੁੱਖ ਕੀ ਕਰ ਰਿਹਾ ਹੈ? ਮਾਰੇ ਕਹਿੰਦੇ ਮਨੁੱਖ ਧਨ ਇਕੱਠਾ ਕਰ ਰਿਹਾ ਹੈ, ਹੋਰ ਕੱਖ ਨਹੀਂ ਹੈ। ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਦੇਸ਼ ਕਮਾਵਣ ਧਨ ਜੋਰਨ ਕੀ ਮਨਸਾ, ਵਿੱਚੇ ਨਿਕਲੇ ਸਾਸ। ਵਿਦੇਸ਼ਾਂ 'ਚ ਕੋਈ ਜਾਣੇ ਧਨ ਇਕੱਠਾ ਕਰਨਾ ਹੈ। ਮਨੁੱਖ ਤੇ ਧਨ ਦੇ ਪਿੱਛੇ ਪਾਗਲ ਹੋ ਗਿਆ ਹੈ। ਤੇ ਮਹਾਰਾਜ ਨੇ ਵੀ ਕਿਹਾ ਹੈ, ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਜਿਨ੍ਹਾਂ ਨੇ ਬਹੁਤ ਧਨ ਦੀਆਂ ਪੰਡਾਂ ਬੰਨ੍ਹ ਲੀਆਂ ਨੇ, ਬਹੁਤ ਵੱਡਾ ਧਨ ਇਕੱਠਾ ਕਰ ਲਿਆ ਹੈ, ਉਹਨਾਂ ਦਾ ਸੌਣਾ ਹਰਾਮ ਹੋ ਗਿਆ, ਨੀਂਦ ਨਹੀਂ ਆ ਰਹੀ। ਤੇ ਕੀ ਫਾਇਦਾ ਹੋਇਆ ਧਨ ਇਕੱਠਾ ਕਰਨ ਦਾ? ਤੇ ਮਹਾਰਾਜ ਕਹਿੰਦੇ ਜਿੰਨੀ ਰਾਤ ਕਾਰਨ ਧਨ ਸੰਚੀਏ। ਜ਼ਿੰਦਗੀ ਬੜੀ ਥੋੜੀ ਹੈ, ਜ਼ਿੰਦਗੀ ਇੰਨੀ ਨਹੀਂ ਹੈ ਜਿੰਨਾ ਤੁਸੀਂ
ਜ਼ਿੰਦਗੀ ਦੇ ਵਿੱਚ ਧਨ ਹੀ ਕਮਾਈ ਜਾਓ, ਧਨ ਹੀ ਇਕੱਠਾ ਕਰੀ ਜਾਓ। ਪਿਓ ਕਮਾਉਂਦਾ ਕਮਾਉਂਦਾ ਇਕੱਠਾ ਕਰ ਗਿਆ, ਤੁਰ ਗਿਆ, ਉਹਦੇ ਕੰਮ ਨਹੀਂ ਆਈ। ਅਸੀਂ ਕਮਾਉਂਦੇ ਕਮਾ ਕਮਾ ਕੇ ਇਕੱਠੀ ਕਰੀ ਜਾਣੀ, ਕੰਮ ਸਾਡੇ ਵੀ ਨਹੀਂ ਆਉਣੀ, ਤੇ ਧਨ ਦੀ ਖਾਤਰ ਅਸੀਂ ਸਾਰੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ। ਇਹ ਵੀ ਗੱਲ ਨਾਲ ਹੈ। ਕੋਈ ਸਤਸੰਗ ਨਹੀਂ, ਕੋਈ ਦਾਨ ਪੁੰਨ ਨਹੀਂ। ਮਹਾਰਾਜ ਕਹਿੰਦੇ ਧਾਏ ਧਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਹੀ ਕਾਮ ਨਾ ਆਇਆ। ਧਾਏ ਧਾਏ ਕਿਰਪਨ ਸ਼ਰਮ ਕੀਨੋ, ਕੰਜੂਸ ਬੰਦੇ ਨੇ ਬੜਾ ਦਿਨ ਰਾਤ ਮਿਹਨਤ ਕਰ ਕਰਕੇ ਪੈਸਾ ਇਕੱਠਾ ਕੀਤਾ, ਤੇ ਦਾਨ ਪੁੰਨ ਨਹੀਂ ਸੰਤਨ ਸੇਵਾ। ਇਹਦੇ ਨਾਲ ਤਿੰਨ ਕੰਮ ਕਰਨੇ ਸੀ, ਕੋਈ ਦਾਨ ਪੁੰਨ ਤੇ ਸੰਤਾਂ ਦੀ ਗੁਰੂ ਕੀ ਸੇਵਾ ਕਰਨੀ, ਉਹ ਤਾਂ ਕੀਤੀ ਨਹੀਂ। ਤੇ ਕਿਤੇ ਹੀ ਕਾਮ ਨਾ ਆਇਆ, ਇਹ ਫਿਰ ਕਿਸੇ ਕੰਮ ਨਹੀਂ ਆਉਣੀ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਰਾਤ ਕਾਰਨ, ਰਾਤ ਮੈਨੇ ਜ਼ਿੰਦਗੀ ਵਾਸਤੇ, ਰਾਤ ਮੈਨੇ ਥੋੜੇ ਸਮੇਂ ਵਾਸਤੇ, ਧਨ ਸੰਚੀਏ। ਇੱਕ ਰਾਤ ਕਿਸੇ ਨੇ ਕੱਟਣੀ ਸੀ, ਕਿਤੇ ਰਾਹ ਦੇ ਵਿੱਚ ਤੁਰਿਆਂ ਤੁਰਿਆਂ ਜਾਂਦਿਆਂ ਇੱਕ ਰਾਤ ਕੱਟਣੀ ਹੋਵੇ, ਤੇ ਉਹ ਰਾਤ ਸਾਰੀ ਧਨ ਹੀ ਕਮਾਉਂਦਾ ਰਵੇ, ਉਹ ਨੀਂਦ ਨਾ ਲਵੇ, ਤੇ ਭਲਕੇ ਚੱਲਣ ਹੋਏ, ਉਹ ਕਮਾਇਆ ਧਨ ਫਿਰ ਉੱਥੇ ਰਹਿ ਜਾਣਾ, ਉਹ ਨਾਲ ਨਹੀਂ ਜਾਣਾ ਸਵੇਰੇ। ਰਾਤ ਕਾਰਨ ਧਨ ਸੰਚੀਏ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਬੁੱਢੇ ਵਾਰੇ ਤੱਕ ਧਨ ਹੀ ਇਕੱਠਾ ਕਰਦੇ ਗਏ। ਪਹਿਲਾਂ ਨੌਕਰੀ ਕੀਤੀ, ਫਿਰ ਪਿਲਸਣ ਲੱਗ ਗਈ, ਫਿਰ ਹੋਰ ਨੌਕਰੀ ਕਰ ਲਈ, ਫਿਰ ਹੁਣ 60-60 ਹਜ਼ਾਰ ਬੁੱਢਿਆਂ ਨੂੰ ਪਿਲਸਣ ਦੇਣ ਦੀ ਸਰਕਾਰ। ਹੁਣ ਦੱਸੋ, ਜਿਨ੍ਹਾਂ ਨੇ ਧੀਆਂ ਪੁੱਤ ਵਿਆਹ ਲਏ ਨੇ, ਗੋਡੇ ਗੱਟੇ ਰਹਿ ਗਏ ਨੇ, ਇਹਨਾਂ ਨੇ ਪੈਸਾ ਹੁਣ ਕੀ ਕਰਨਾ? ਇਹਨਾਂ ਦਾ ਬੰਦ ਕਰੋ ਦਾਣਾ ਪਾਣੀ ਸਾਰਾ ਹੀ। ਕੋਈ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਨੌਜਵਾਨਾਂ ਨੂੰ ਕੋਈ ਪੈਸਾ ਦਿਓ, ਕੰਮ ਕਰਨ, ਕੋਈ ਦੇਸ਼ ਦੀ ਤਰੱਕੀ ਹੋਏ। ਬੁੱਢਿਆਂ ਨੂੰ ਪੈਸਾ ਦੇਣ ਦੀ ਸਰਕਾਰ, 60-60 ਹਜ਼ਾਰ ਪਿਲਸਣ ਨਹੀਂ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਧਨ ਨਾ ਹੋਵੇ ਤੇ ਤਾਂ ਵੀ ਬੰਦਾ ਦੁਖੀ ਹੈ, ਧਨ ਹੋ ਜਾ ਬਹੁਤਾ ਹੋ ਜਾਵੇ ਤੇ ਤਾਂ ਵੀ ਦੁਖੀ ਹੈ। ਸਿਆਣੇ ਇੱਕ ਉਦਾਹਰਨ ਦਿੰਦੇ ਹੁੰਦੇ ਆ ਵੀ ਮੀਂਹ ਬਹੁਤਾ ਪਵੇ ਤੇ ਤਾਂ ਵੀ ਫਸਲ ਬਰਬਾਦ, ਤੇ ਜੇ ਮੀਂਹ ਨਾ ਪਵੇ ਤੇ ਤਾਂ ਵੀ ਫਸਲ ਬਰਬਾਦ। ਥੋੜਾ ਥੋੜਾ ਪੈਣਾ ਚਾਹੀਦਾ ਹੈ। ਧਨ ਇੰਨਾ ਨਾ ਹੋਵੇ ਕਿ ਬੰਦਾ ਧਨ ਦੇ ਥੱਲੇ ਹੀ ਨੱਪਿਆ ਜਾਵੇ। ਮਾਇਆ ਦੇ ਬੰਡਲ ਇੰਨੇ ਨਾ ਹੋਣ ਕਿ ਬੰਦਾ ਮਾਇਆ ਹੀ ਗਿਣਦਾ ਰਹਿ ਜੇ। ਇਹ ਕਾਲਖ ਹੈ, ਮੂੰਹ ਕਾਲਖ ਦਾਗ ਲਗਾਏਂਦਾ। ਗੁਰੂ ਅਮਰਦਾਸ ਨੂੰ ਉਹਨਾਂ ਦੇ ਪੁੱਤਰ ਨੇ ਕਿਹਾ, ਮਹਾਰਾਜ ਤੁਸੀਂ ਜਿੰਨੀਆਂ ਮੋਹਰਾਂ ਆਉਂਦੇ, ਪੈਸੇ ਆਉਂਦੇ, ਵੰਡ ਦਿੰਦੇ ਹੋ, ਸਾਨੂੰ ਵੀ ਦੇ ਦਿਓ ਥੋੜ੍ਹੇ ਬਹੁਤੇ। ਗੁਰੂ ਅਮਰਦਾਸ ਕਹਿਣ ਲੱਗੇ, ਪੁੱਤਰਾ ਇਹ ਕਾਲਖ ਵਾ, ਇਹ ਅੰਦਰ ਵੀ ਕਾਲਖ ਲੱਗ ਜਾਂਦੀ ਹੈ ਤੇ ਮੂੰਹ ਤੇ ਵੀ, ਮੂੰਹ ਵੀ ਕਾਲਾ ਕਰਾ ਦਿੰਦੀ ਹੈ ਮਾਇਆ। ਤੇ ਇਹਦਾ ਮਤਲਬ ਇਹ ਨਹੀਂ ਕਿ ਧਨ ਨਹੀਂ ਹੋਣਾ ਚਾਹੀਦਾ, ਧਨ ਨਾ ਹੋਵੇ ਤੇ ਬੰਦਾ ਬੜਾ ਦੁਖੀ ਹੁੰਦਾ ਹੈ। ਮੇਰੇ ਕੋਲ ਹੁੰਦਾ, ਮੈਂ ਪੈਸਾ ਹੁੰਦਾ, ਮੈਂ ਘਰ ਵਧੀਆ ਬਣਾਉਂਦਾ, ਕੋਈ ਆਪਣਾ ਕੋਈ ਸਾਧਨ ਖਰੀਦਦਾ, ਜੁੱਤੀਆਂ ਵਧੀਆ ਖਰੀਦਦਾ, ਕੱਪੜੇ ਖਰੀਦਦਾ, ਪੈਸੇ ਤੋਂ ਬਿਨਾਂ ਤਾਂ ਕੁਛ ਹੋਣਾ ਹੀ ਨਹੀਂ। ਤੇ ਕਬੀਰ ਸਾਹਿਬ ਨੇ ਕਿਹਾ, ਗ੍ਰਹਿ ਸੋਭਾ ਜਾਂ ਕੇ ਨਾਹੀ। ਮਾਰ ਕਹਿੰਦੇ ਜਿਹਦੇ ਘਰ ਵਿੱਚ ਪੈਸਾ ਨਹੀਂ ਹੈ, ਇਹ ਕਬੀਰ ਦਾ ਸ਼ਬਦ ਹੈ। ਇਸ ਮਾਇਆ ਨੂੰ ਕਬੀਰ ਨੇ ਸੁਹਾਗਣ ਦੀ ਤੁਲਨਾ ਦਿੱਤੀ ਹੋਈ ਹੈ। ਇਹ ਕਦੀ ਰੰਡੀ ਨਹੀਂ ਹੁੰਦੀ। ਪਿਓ ਮਰ ਜੇ ਪੁੱਤਰ ਉਹਦਾ ਵਾਰਸ ਬਣ ਜਾਂਦਾ ਹੈ। ਉਹ ਸੁਹਾਗਣ ਕਦੀ ਰੰਡੀ ਹੁੰਦੀ ਨਹੀਂ ਹੈ। ਨਾ ਖਸਮ ਮਰੇ ਤੋਂ ਨਾਰ ਨਾ ਰੋਵੇ। ਪੈਸਾ ਜਿਹੜਾ ਇੱਕ ਸਾਡੀ ਨਾਰ ਵਾ। ਅਸੀਂ ਮਰ ਗਏ ਨਾ ਜਿੱਦਣ, ਤੇ ਬੈਂਕਾਂ 'ਚ ਪਿਆ, ਉਹਨੇ ਰੋਣਾ ਨਹੀਂ ਹੈ। ਉਹ ਬੜੇ ਵਾਰਸ ਆ ਜਾਣੇ ਨੇ, ਮੈਨੇਜਰ ਕੋਲ ਚਲ ਜਾਣੇ ਨੇ, ਸਾਨੂੰ ਦੇ ਦਿਓ, ਸਾਡੀ ਹੈ।
खसम मरे तो नार न रोवे, उस रखवारो औरो होए। खैर कबीर साहब कहते ग्रह शोभा जाके रहे नाही, आवत पईया खूदे जाए। जिद को पैसा नहीं है, ਉਹਦੇ घर कोई लोड़वंद, कोई साधु महात्मा, कोई गरीब गुरबा आ गया तो वो बेचारा खाली जाऊगा। ते बिन वांग के अंतर नहीं संतोख। हुण पैसा नहीं गा कोल हैगा, धन नहीं है कोल, तो बंदा अपने आप को किवें कायम करेगा, किवें टिकेगा? वो तो भड़केगा भी मैनूं पैसा चाहिए। बिन सुहागण लागे दोख। कबीर साहब ने एक गल कही है, सुहागण किरपण की पूती। जिहड़ा कंजूस बंदा है ना, वो पैसे नूं अपनी धी वांगू लको लको के रखदा, साਂਭ ਸਾਂਭ के रखदा है। सुहागण किरपण की पूती। साधु इनू एक नौकरानी समझदा है, पैसे नूं इहदे को कार कराउंदा है। माया दासी भगतां की कार कमावे। साधु महात्मा पुराने अजकल दे नहीं, माया दासी भगतां की कार कमावे, ਉਹਦੇ को ਕੰਮ ਕਰਾਉਂਦੇ ਨੇ। ਤੇ ਜਿਹੜਾ ਕੰਜੂਸ ਬੰਦਾ ਹੁੰਦਾ ਹੈ, ਜਿੱਦਾਂ ਇੱਕ ਬੰਦਾ ਆਪਣੀ ਧੀ ਨੂੰ ਸਾਂਭ ਕੇ ਰੱਖਦਾ ਹੈ ਨਾ, ਉਹਨੂੰ ਬਾਹਰ ਨਹੀਂ ਜਾਣ ਦਿੰਦਾ, ਸਾਂਭਦਾ, ਉਹਦੀ ਖਿਆਲ ਕਰਦਾ। ਤੇ ਕੰਜੂਸ ਬੰਦਾ ਪੈਸੇ ਨੂੰ ਵੀ ਮਾਰ ਕਬੀਰ ਸੁਹਾਗਣ ਕਿਰਪਣ ਕੀ ਪੂਤੀ। ਉਹ ਪੈਸੇ ਨੂੰ ਆਪਣੀ ਧੀ ਨਾਲੋਂ ਵੱਧ ਪਿਆਰ ਕਰਦਾ ਤੇ ਉਹਨੂੰ ਸਾਂਭ ਸਾਂਭ ਕੇ ਲਕੋ ਲਕੋ ਕੇ ਰੱਖਦਾ, ਕੋਈ ਵੇਖ ਨਾ ਲਵੇ, ਕੋਈ ਚਰਾ ਨਾ ਲਵੇ। ਤੇ ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ ਪੈਸੇ ਦੀ ਲੋੜ ਹੈ। ਧਨ ਸੁਹਾਗਣ ਮਹਾ ਪਵੀਤ। ਇਹਨੂੰ ਸੁਹਾਗਣ ਕਿਹਾ ਗਿਆ ਔਰ ਪਵਿੱਤਰ ਕਿਹਾ ਗਿਆ ਹੈ। ਤੇ ਕਿਉਂ ਇਹਨੂੰ ਪਵਿੱਤਰ ਕਿਉਂ ਕਿਹਾ ਗਿਆ, ਇਹਨੂੰ ਸੁਹਾਗਣ ਕਿਉਂ ਕਿਹਾ ਗਿਆ, ਇਹਨੂੰ ਧਨ ਕਿਉਂ ਕਿਹਾ ਗਿਆ? ਧਨ ਸੁਹਾਗਣ ਮਹਾਪਨੀਤ। ਕਿਉਂ? ਤਪੇ ਤਪੀਸਰ ਡੋਲੇ ਚੀਤ। ਇਹ ਪੈਸਾ ਨਾ ਕੋਲ ਹੋਵੇ ਤੇ ਕਬੀਰ ਸਾਹਿਬ ਵਰਗੇ ਮਾਲਾ ਸੁੱਟ ਦਿੰਦੇ ਨੇ, ਭੂਖੇ ਭਗਤ ਨਾ ਕੀਜੇ। ਜੇ ਮਾਇਆ ਕੋਲ ਨਹੀਂ ਹੈ ਤਾਂ ਕਬੀਰ ਨੇ ਵੀ ਮਾਲਾ ਸੁੱਟ ਦਿੱਤੀ ਹੈ ਵੀ ਪਹਿਲੋਂ ਖਾਣ ਨੂੰ ਦੇ। ਪੈਸਾ ਨਾ ਕੋਲ ਹੋਵੇ ਤੇ ਵੱਡੇ ਵੱਡੇ ਤਪੀਸਰ ਵੀ ਤਪੱਸਿਆ ਕਰਨੋਂ ਹਟ ਜਾਂਦੇ ਨੇ ਵੀ ਪਹਿਲੋਂ ਪੈਸਾ ਕਮਾਈਏ, ਉਹਦੇ ਨਾਲ ਕੁਝ ਖਾਵਾਂ ਪੀਵਾਂਗੇ। ਇਸ ਕਰਕੇ ਕਬੀਰ ਸਾਹਿਬ ਧਨ ਸੁਹਾਗਣ ਮਹਾ ਪਵੀਤ, ਤਪੇ ਤਪੀਸਰ ਡੋਲੇ ਚੀਤ। ਇਹ ਬੜੇ ਵੱਡਿਆਂ ਤਪੀਸਰਾਂ ਨੂੰ ਡੁਲਾ ਕੇ ਰੱਖ ਦਿੰਦੀ ਆ ਮਾਇਆ। ਪਰ ਸੇਵਕ ਤਜ ਜਗਤ ਸਿਉ ਸੂਤੀ। ਜਿਹੜੇ ਰੱਬ ਨਾਲ ਜੁੜ ਜਾਂਦੇ ਆ ਨਾ, ਉਹ ਉਹਨਾਂ ਨੂੰ ਹੀ ਛੱਡ ਦਿੰਦੀ ਆ। ਤੇ ਆ ਬਾਕੀ ਤੇਰੇ ਸਾਡੇ ਵਰਗੇ ਤੇ ਸਾਰੇ ਮਾਇਆ ਦੇ ਗੁਲਾਮ ਆ ਭਾਈ। ਇਹ ਜੇਬ 'ਚ ਪੈ ਜੇ ਨਾ ਤੇ ਵੇਖੋ ਕਿੱਦਾਂ ਬੰਦੇ ਨੂੰ ਭਜਾਉਂਦੀ ਆ। ਇਹਦਾ ਸੁਭਾਅ ਹੈ। ਮਾਥੇ ਤ੍ਰਿਕੁਟੀ ਦਿਸ਼ਟ ਕਰੂਰ, ਬੋਲੇ ਜੇਬਾ ਵੀ ਫੂੜ। ਹੁਣ ਸ਼ਰਾਬ ਪੀਓਗੇ ਤੇ ਤਾਂ ਨਸ਼ਾ ਚੜ੍ਹਨਾ ਹੈ, ਭੰਗ ਪੀਓਗੇ ਤੇ ਤਾਂ ਨਸ਼ਾ ਚੜ੍ਹਨਾ। ਇਹ ਪੈਸਿਆਂ ਦਾ ਇੱਕ ਬੰਡਲ ਨਾ 10-20 ਹਜ਼ਾਰ ਦਾ ਜੇਬ 'ਚ ਪਾ ਲਓ ਤੇ ਇਹਦਾ ਨਸ਼ਾ ਚੜ੍ਹ ਜਾਂਦਾ। ਇਹਨੂੰ ਕਹਿੰਦੇ ਮਾਇਆ ਮਦ ਪੀਆ। ਉਹ ਫਿਰ ਇਹਨੂੰ ਚੱਕਰਾਂ 'ਚ ਪਾਉਂਦੀ, ਘਮਾਉਂਦੀ ਆ ਮਾਇਆ। ਬਹੁਤੇ ਬੰਡਲ ਮਿਲ ਜਾਣ ਨਾ, ਲਓ ਰੱਬ ਦਾ ਨਾਮ ਹੀ ਭੁੱਲ ਜੂ, ਸਭ ਕੁਝ ਭੁੱਲ ਜੂ, ਇਹ ਚੱਕਰਾਂ 'ਚ ਘੁੰਮੀ ਜਾਓ। ਤੇ ਪਰ ਸਾਧੂ ਕੇ ਠਾਂਡੀ ਦਰਬਾਰ, ਸ਼ਰਨ ਤੇਰੀ ਮੋਕੋ ਨਿਸਤਾਰ। ਸਾਨੂੰ ਘਮਾਉਂਦੀ ਹੈ, ਚੱਕਰਾਂ 'ਚ ਪਾਉਂਦੀ ਹੈ ਤੇ ਸਾਧੂ ਦੇ ਸਾਹਮਣੇ ਖਲੋ ਜਾਂਦੀ। ਕੋਈ ਦੱਸੋ ਕੀ ਚਾਕਰੀ ਕਰਾਂ ਮੈਂ ਤੁਹਾਡੀ, ਮੈਂ ਕੀ ਸੇਵਾ ਕਰਾਂ? ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਰਾਤ ਕਾਰਨ ਧਨ ਸੰਚੀਏ। ਬੰਦਿਆ ਜ਼ਿੰਦਗੀ ਬੜੀ ਥੋੜੀ ਹੈ। ਇਹ ਥੋੜੀ ਜਿਹੀ ਜ਼ਿੰਦਗੀ ਵਾਸਤੇ ਇਹ ਤੂੰ ਸਾਰੀ ਪੈਸੇ ਕਮਾਉਣ ਤੇ ਬਰਬਾਦ ਕਰ ਦੇਗਾ। ਹਾਂਜੀ, ਉਦੋਂ ਸਾਈ ਕਿਆ ਨਿਸ਼ਾਨੀ ਤੋਟ ਨਾ ਆਵੇ ਅੰਨੀ। ਉਦੋਂ ਸਹੀ ਘਰ ਹੀ ਉੱਠੀ ਕੁੜੀ ਰੰਨੀ ਧਮਨੀ। ਸੱਤੀ ਰੰਮੀ ਰੰਨੀ ਘਰੇ ਸਿਆਪਾ, ਰੋਵੇ ਕੂੜੀ ਕੰਮੀ। ਜੋ ਲੇਵੇ ਸੋ ਦੇਵੇ ਨਹੀਂ। ਤੂੰ ਇਕੱਠੀ ਤੇ ਕਰ ਲਈ, ਹੁਣ ਇਹਨੂੰ ਕੱਢਦਾ ਕਿਉਂ ਨਹੀਂ ਬਾਹਰ, ਇਹਨੂੰ ਵਰਤਦਾ ਕਿਉਂ ਨਹੀਂ ਗਾ? ਕਿਉਂਕਿ ਧੀ ਆ ਨਾ ਕੰਜੂਸ ਦੀ, ਇਸ ਨੂੰ ਵਰਤਦਾ ਨਹੀਂ ਹੈ।
ਮਰ ਕੇ ਤੇ ਧੰਨ ਗੁਰੂ ਅੰਗਦ ਸਾਹਿਬ ਦਾ ਇਹ ਬਚਨ ਹੈ ਭਾਈ ਕਿ ਇਹ ਬੰਦੇ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ। ਇੰਨਾ ਕੁ ਧਨ ਕਮਾਓ ਕਿ ਸਵੇਰ ਤੇ ਸ਼ਾਮੀ ਦਾ ਸਤ ਸੰਗ ਜ਼ਰੂਰ ਚੱਲਦਾ ਰਵੇ। ਇਹ ਨਾ ਵੀ ਇਹੋ ਜਿਹੇ ਚੱਕਰਾਂ 'ਚ ਘੁਮਾ ਦੇ ਵੀ ਅੰਮ੍ਰਿਤ ਵੇਲਾ ਵੀ ਖੁੱਝ ਜੇ ਤੇ ਰਾਤ ਦਾ ਸੰਧਿਆ ਵੇਲਾ ਵੀ ਖੁੰਝ ਜਾਵੇ ਤੇ ਰੱਬ ਚੇਤੇ ਹੀ ਨਾ ਆਵੇ। ਨਾਥ ਕਛੂ ਨਾ ਜਾਨੋ ਮਨ ਮਾਇਆ ਕੇ ਹਾਥ ਬਕਾਨੋ। ਇਹ ਨਾ ਸਾਨੂੰ ਖਰੀਦ ਲਏ, ਗੁਲਾਮ ਬਣਾ ਲਏ ਤੇ ਆਪਣੀ ਸਵਾਰੀ ਸਾਡੇ ਤੇ ਕਰ ਲਏ। ਗੁਰੂ ਅੰਗਦ ਸਾਹਿਬ ਮਰਨਾ ਕਹਿੰਦੇ ਨਾ ਭਾਈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ, ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਔਰ ਖਡੂਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾ ਰਿਹਾ। ਤੇ ਜਿਸ ਪਿਆਰੇ ਸਿਉਨੇ ਉਤੇ ਸਿਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜਾਵਣ ਜੀਵਨਾ। ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਕੇਵਲ ਮਾਇਆ ਦੀ ਮਾਇਆ ਇਕੱਠੀ ਕਰਨੀ, ਇਸ ਜੀਵਨ ਨੂੰ ਤਰਗਾਰ ਜੀਵਨ ਕਿਹਾ ਗਿਆ। ਤੇ ਮਹਾਰਾਜ ਕਿਰਪਾ ਕਰਨ। ਧਨ ਚਾਹੀਦਾ ਹੈ, ਧਨ ਦੀ ਲੋੜ ਹੈ, ਪਰ ਧਨ ਜਿਹੜਾ ਧਰਮ ਨਾ ਸਾਡੇ ਕੋਲ ਖੋਹ ਲਵੇ, ਧਨ ਸਾਡਾ ਅੰਮ੍ਰਿਤ ਵੇਲਾ ਨਾ ਖੋਹ ਲਵੇ। ਇਹ ਨਾ ਹੋਵੇ ਕਿ ਅਸੀਂ ਮਾਇਆ ਦੇ ਚੱਕਰਾਂ 'ਚ ਐਸੇ ਪਈਏ ਅੰਮ੍ਰਿਤ ਵੇਲਾ ਹੀ ਸਾਡੇ ਕਾ ਖੁੰਝ ਜਾਵੇ। ਨਹੀਂ ਨਹੀਂ ਨਹੀਂ, ਧਨ ਦੀ ਵੀ ਲੋੜ ਹੈ, ਧਰਮ ਦੀ ਵੀ ਲੋੜ ਹੈ। ਗੱਡੀ ਵਿੱਚ ਅਸੀਂ ਪਾਣੀ ਵੀ ਪਾਉਂਦੇ ਹਾਂ, ਗੱਡੀ ਵਿੱਚ ਅਸੀਂ ਤੇਲ ਵੀ ਪਾਉਂਦੇ ਹਾਂ। ਤੇਲ ਤੇ ਪਾਣੀ ਦੋਵਾਂ ਨਾਲ ਗੱਡੀ ਚੱਲਦੀ ਹੈ। ਧਨ ਵੀ ਚਾਹੀਦਾ ਹੈ, ਧਰਮ ਵੀ ਚਾਹੀਦਾ ਹੈ, ਸੰਸਾਰ ਵੀ ਚਾਹੀਦਾ ਹੈ ਤੇ ਗੁਰੂ ਵੀ ਚਾਹੀਦਾ ਹੈ। ਤੇ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ, ਨਾਮ ਬੰਦਿਆ ਇਸ ਤਰ੍ਹਾਂ ਨਾ ਤੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਧਨ ਪਿੱਛੇ। ਅੱਜ ਕਿੰਨੀ ਦੁਨੀਆ ਧਨ ਦੇ ਪਿੱਛੇ ਬਰਬਾਦ ਹੋ ਗਈ। ਉਹ ਪਰਿਵਾਰ ਛੱਡ ਕੇ ਲੋਕ ਵਿਦੇਸ਼ਾਂ 'ਚ ਧਨ ਕਮਾਉਣ ਚਲ ਗਏ, ਪਿੱਛੇ ਘਰ ਦੀਆਂ ਬੱਚੇ, ਉਹਨਾਂ ਸਭ ਦੀ ਜ਼ਿੰਦਗੀ ਬਰਬਾਦ ਹੋ ਗਈ, ਘਰ ਉੱਜੜ ਗਏ। ਤੇ ਉੱਥੇ ਦਿਨੇ ਰਾਤ ਮਿਹਨਤ ਪੈ ਕਰਕੇ ਧਨ ਕਮਾਉਂਦੇ ਨੇ ਤੇ ਪਿੱਛੇ ਘਰ ਉੱਜੜ ਗਏ। ਘਰ ਦੀ ਪਰਵਾਹ ਹੀ ਨਹੀਂ ਕੀਤੀ, ਇਹ ਧਨ ਇਕੱਠਾ ਕਰਨਾ ਹੈ। ਕਿਸੇ ਵਿਦਵਾਨ ਨੇ ਕਿਹਾ ਸੀ ਵੀ ਜੇ ਪੂਤ ਹੋਵੇ ਕਪੂਤ ਧਨ ਕਿਉਂ ਸੰਚੇ। ਜੇ ਤੇਰੀ ਮਾੜੀ ਔਲਾਦ ਨਿਕਲ ਆਈ ਤੇ ਜਾਂ ਤੇਰੀ ਮਾੜੀ ਔਲਾਦ ਆ ਤੇ ਧਨ ਕਿਉਂ ਇਕੱਠਾ ਕਰਨ ਦਿਆਂ ਇਹਨਾਂ ਵਾਸਤੇ। ਪੂਤ ਹੋਵੇ ਕਪੂਤ ਧਨ ਕਿਉਂ ਸੰਚੇ, ਕਿਉਂ ਇਕੱਠਾ ਕਰਦਾ ਹੈ ਧਨ। ਧੀਆਂ ਪੁੱਤਰ ਤਾਂ ਤੇਰੇ ਭੈੜੇ ਨੇ। ਤੇ ਪੂਤ ਹੋਵੇ ਸਪੂਤ ਧਨ ਕਿਉਂ ਸੰਚੇ। ਜੇ ਤੇਰੀ ਔਲਾਦ ਚੰਗੀ ਆ ਤੇ ਤੈਨੂੰ ਧਨ ਇਕੱਠਾ ਕਰਨ ਦੀ ਲੋੜ ਕੋਈ ਨਹੀਂ, ਇਹਨਾਂ ਨੇ ਆਪੇ ਧਨ ਕਮਾ ਲੈਣਾ ਵਾ। ਪੂਤ ਹੋਵੇ ਸਪੂਤ, ਚੰਗੀ ਔਲਾਦ ਹੋਵੇ ਤੇ ਧਨ ਕਿਉਂ ਸੰਚੇ, ਫੇਰ ਕਿਉਂ ਧਨ ਇਕੱਠਾ ਕਰਦਾ, ਇਹਨਾਂ ਆਪੇ ਕਮਾ ਲੈਣਾ। ਤੇ ਜੇ ਪੂਤ ਹੋਵੇ ਕਪੂਤ, ਜੇ ਔਲਾਦ ਮਾੜੀ ਆ ਫੇਰ ਵੀ ਤੂੰ ਧਨ ਇਕੱਠਾ ਕਿਉਂ ਕਰਦਾ। ਜਾਨੀ ਕਿ ਤੂੰ ਧਨ ਦੀ ਪਰਵਾਹ ਨਾ ਕਰ। ਇਹ ਤਨ ਕਰਤੇ ਦਾ ਖੇਲ ਹੈ, ਕਦੀ ਆਵੇ ਕਦੀ ਜਾਵੇ। ਤਾਂ ਧਨ ਦੇ ਨਾਲੋਂ ਧਰਮ ਜ਼ਰੂਰੀ ਹੈ ਭਾਈ। ਗੁਰੂ ਅੰਗਦ ਸਾਹਿਬ ਰਹਿਮਤਾਂ ਕਰਨ ਬਖਸ਼ਾਂ ਕਰਨ ਸੱਚੇ ਪਾਤਸ਼ਾਹ। ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ। ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਸੀ, ਸੇਵਾ ਚੱਲ ਰਹੀ ਸੀ ਤੇ ਜਿਸ ਕਰਕੇ ਕੋਈ ਸੰਗਤਾਂ ਦੇ ਨਾਲ ਕੋਈ ਬਚਨ ਸਾਂਝੇ ਨਹੀਂ ਸੀ ਹੋਏ। ਮਹਾਰਾਜ ਕਿਰਪਾ ਕਰਨ ਦਾਨ ਗੁਰੂ ਅੰਗਦ ਸਾਹਿਬ ਸਾਨੂੰ ਕੋਈ ਸਮੱਤ ਬਖਸ਼ਣ। ਤੇ ਲੋਕ ਪਰਲੋਕ, ਲੋਕ ਵਾਸਤੇ ਮਾਇਆ ਚਾਹੀਦੀ ਹੈ, ਪਰਲੋਕ ਵਾਸਤੇ ਧਨ ਚਾਹੀਦਾ ਹੈ। ਤੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ। ਤੇ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਕਿਰਪਾ ਕਰਨ, ਸਾਨੂੰ ਇੱਥੋਂ ਦੇ ਵੀ ਸੁੱਖ ਤੇ ਅੱਗੇ ਦੇ ਵੀ ਰਹਿਮਤਾਂ ਬਖਸ਼ਾਂ ਕਰਨ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।